ਸਾਡੇ ਉਸਤਾਦ ਮੀਰ ਮੁਖਤਿਆਰ ਬਾਹਰ ਨਿਕਲਿਆ ਨਾ, ਵੇਖੋ ਯਾਰ ਉਸ ਬੰਦੇ ਦੀ ਬੜੀ ਹਿੰਮਤ ਹੈ। ਇਹ ਉਸ ਬੰਦੇ ਨੂੰ ਦਾਦ ਦਿਓ ਨਾ, ਕਿੰਨੇ ਚੈਂਪੀਅਨ ਬਣਾ ਦਿੱਤੇ ਨੇ, ਕਿੰਗ ਮੇਕਰ ਹੋਏ। ਉਸਤਾਦ ਤੁਸੀਂ ਮਿਲਣਾ ਹੈ ਨਾ, ਉਸਤਾਦ ਦੇ ਬਾਰੇ ਵਿੱਚ ਪਹਿਲਾਂ ਸੋਚੋ। ਆਸਮ ਚੱਦਰ ਦੇ ਸ਼ਾਗਿਰਦਾਂ ਦਾ ਕੀ ਰਿਜ਼ਲਟ ਹੈ। ਆਪ ਸ਼ਾਮ ਤਾਈਂ ਉਡਾਉਂਦਾ, ਸ਼ਾਗਿਰਦ 9 ਵਜੇ ਬਹਿ ਜਾਂਦੇ ਨੇ। ਯਾਰ ਉਹ ਬੰਦਾ ਆਪ ਨਹੀਂ ਚੈਂਪੀਅਨ ਬਣਦਾ, ਉਹ ਸਾਰਾ ਟਾਈਮ ਸ਼ਾਗਿਰਦਾਂ ਨੂੰ ਦਿੰਦਾ। ਵੇਖੋ ਕਿੰਨੇ ਮਿੱਠੂ ਲਾਲੀ ਚੈਂਪੀਅਨ ਬਣਾ ਦਿੱਤਾ, ਜ਼ਰਗਰਾਇਆ ਚੈਂਪੀਅਨ, ਜ਼ੈਦ ਅਨਾਨ ਚੈਂਪੀਅਨ, ਆਸਮ ਚੱਦਰ ਚੈਂਪੀਅਨ, ਕਿੰਨੇ ਚੈਂਪੀਅਨ ਉਸ ਪੈਦਾ ਕੀਤੇ। ਇਹ ਕ੍ਰੈਡਿਟ ਉਸ ਬੰਦੇ ਨੂੰ ਦਿਓ। ਅਸਲ 'ਚ ਚੈਂਪੀਅਨ ਉਹੀ ਬੰਦਾ ਹੁੰਦਾ ਜਿਹੜਾ ਖੁਦ ਚੈਂਪੀਅਨ ਹੋਵੇ ਤੇ ਕੋਈ ਚੈਂਪੀਅਨ ਹੀ ਬਣਾਏ। ਸਰ ਪਤਾ ਗੱਲ ਕੀ ਹੈ, ਵਜ੍ਹਾ ਹੁੰਦੀ ਹੈ ਮੈਂ ਅੱਜ ਆਪਣੀ ਛੱਤ ਨਹੀਂ ਉਡਾ ਰਿਹਾ। ਉਹਦੀ ਵਜ੍ਹਾ ਹੈ ਕਿ ਜਾਂ ਲੱਗਦਾ ਰਹਿੰਦਾ, ਜਾਂ ਘਰ ਰਹਿੰਦਾ, ਜਾਂ ਲੱਗਦਾ ਬਚਦਾ। ਅਸੀਂ ਆਨੇ ਘਰ ਉਜਾੜ ਦਿਓ, ਲੱਗਦਾ ਬਚਾ ਲਓ। ਮੈਂ ਇਹ ਸਮਝਣਾ ਆਪਣੀ ਜ਼ਾਤ ਨਾਲੋਂ ਮੈਂ ਦੂਸਰੇ ਨੂੰ ਜ਼ਿਆਦਾ ਅਹਿਮੀਅਤ ਦੇਣਾ ਪਸੰਦ ਕਰਨਾ। ਉਹ ਰਿਹਾ ਕੁਆਲਿਟੀ ਉਸਤਾਦ ਮੀਰ ਮੁਖਤਿਆਰ 'ਚ ਵੀ ਹੈ। ਬਾਕੀ ਕਬੂਤਰਬਾਜ਼ੀ ਕਾਫੀ ਹੱਦ ਤੱਕ ਮੇਰੀ ਅਜ਼ਰ ਨਾਲ ਵੀ ਮਸ਼ਾਵਰਤ ਹੈ। ਜਿਹਦਾ ਕ੍ਰੈਡਿਟ ਹੈ ਉਸ ਨੂੰ ਦੇਣਾ ਚਾਹੀਦਾ। ਕਾਫੀ ਹੱਦ ਤੱਕ ਉਸਤਾਦ ਮੀਰ ਮੁਖਤਿਆਰ ਔਰ ਪਿੱਛੇ ਮੇਰੇ ਉਸਤਾਦ ਮੁਹਤਰਮ ਨੇ ਰਾਣਾ ਅਹਿਮਦ ਸਾਹਿਬ, ਉਹ ਮੇਰੇ ਸੇ ਦੁਆ ਗੋ ਨੇ। ਸਹੀ ਸ਼ੌਕ ਨੂੰ ਖੁਦ ਟਾਈਮ ਦਿੰਦੇ ਹੋ ਜਾਂ ਟੀਮ ਵਰਕ? ਸਰ ਨਹੀਂ, ਜੇ ਸਾਡੇ ਬਾਜ਼ੀਆਂ ਆ ਜਾਣੀਆਂ ਖੁਦ ਟਾਈਮ ਦੇਣਾ, ਫਿਰ ਨਹੀਂ। ਫਿਰ 2 ਮਹੀਨੇ ਜਿਹੜਾ ਖੁਦ ਟਾਈਮ ਦੇਣਾ, ਨਾਲ ਟੀਮ ਵੀ ਹੈ ਤੇ ਖੁਦ ਵੀ ਟਾਈਮ ਦੇਣਾ। ਸਰ ਜੀ ਚੈਂਪੀਅਨ ਬਣਨ ਵਾਸਤੇ ਟੀਮ ਵਰਕ ਚਾਹੀਦਾ ਹੈ, ਪੈਸਾ ਚਾਹੀਦਾ ਹੈ, ਕੀ ਮਤਲਬ? ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਟੀਮ ਵਰਕ ਵੀ ਚਾਹੀਦਾ, ਅੱਛੇ ਕਬੂਤਰ ਵੀ ਹੋਣੇ ਚਾਹੀਦੇ ਨੇ, ਤੇ ਟੀਮ ਵਰਕ ਵੀ ਹੋਣਾ ਚਾਹੀਦਾ। ਫਿਰ ਬੰਦੇ ਦੇ ਵਕਤ ਵੀ ਹੋਣੇ ਚਾਹੀਦੇ ਨੇ। ਇਕੱਲਾ ਪਾਕ ਵੀ ਸਾਡਾ ਕੰਮ ਹੈ ਮਿਹਨਤ ਕਰਨਾ, ਤੇ ਮਿਹਨਤ ਬਿਲਕੁਲ 1 ਸੈਕਿੰਡ ਵੀ ਤੁਸੀਂ ਅੱਗੇ ਪਿੱਛੇ ਕਰਨਾ ਤੇ ਫਿਰ ਤੁਸੀਂ ਚੈਂਪੀਅਨ ਨਹੀਂ ਬਣ ਸਕਦੇ। ਤੇ ਮਿਹਨਤ ਵੀ ਜਿਸ ਅੱਲਾਹ ਪਾਕ ਨੇ ਤੁਹਾਨੂੰ ਇੱਜ਼ਤ ਦੇਣੀ ਹੈ ਨਾ, ਤਾਂ ਮਿਹਨਤ ਤੁਹਾਡੇ ਕੋਲ ਕਰਾ ਲਏਗਾ। ਤਾਂ ਕਦੀ ख्वाब ਸੋਚਿਆ ਸੀ ਕਿ ਮੈਂ ਚੈਂਪੀਅਨ ਪੰਜਾਬ ਬਣਾਂਗਾ? ਸਰ ਉਮੀਦ ਹੈ ਸੀ ਅੱਲਾ ਦੇ ਦਰ ਤੇ ਨਾ ਪੂਰੀ। ਇਸ ਦਫਾ ਵੀ ਨਾ, ਇਸ ਦਫਾ ਮੈਂ ਤੁਰਾਬ ਹੈਦਰ ਸਾਹਿਬ ਨਾਲ ਕਾਲ ਕੀਤੀ। ਮੈਂ ਕਿਹਾ ਪੀਰਾ ਦੁਆ ਕਰੀ ਯਕੀਨ ਇਨਸ਼ਾਅੱਲਾ ਤਾਲਾ ਨਾ, ਤੇ ਕੱਪਾਂ ਸਾਰਿਆਂ ਛੱਤ ਲਿਖ ਲੈ। ਦੇਖੋ ਨਾ ਅੱਗੇ ਅਸੀਂ ਇੰਨੀਆਂ ਕੱਪਾਂ 'ਚ ਅੱਜ ਤੱਕ ਛੱਤ ਲਿਖਾਈ ਨਹੀਂ। ਮਤਲਬ ਹੈ ਕਿ ਤੁਹਾਡੀ ਤਿਆਰੀ ਠੀਕ ਸੀ, ਕਬੂਤਰ ਮਾਸ਼ਾਅੱਲਾ ਠੀਕ ਸਨ। ਯਾਰ ਕਬੂਤਰ ਫੜਕਾਂ 'ਚ ਵੀ ਠੀਕ ਉੱਡ ਰਹੇ ਸੀ, ਫੜਕਾਂ ਠੀਕ ਆਈਆਂ ਸੀ। ਉਸਤਾਦ ਜੀ ਕਬੂਤਰਬਾਜ਼ੀ ਵਿੱਚ ਪਾਰਟੀਆਂ ਦਾ ਇਲਹਾਕ ਹੋਣਾ ਕੈਸਾ ਹੈ? ਸਰ ਵੇਖੋ ਜੇ ਸਾਡੇ ਪਾਰਟੀਆਂ ਛੋਟੀਆਂ ਹੁੰਦੀਆਂ ਨੇ ਫਿਰ ਉਹ ਇਲਾਕ ਲੂਕ ਕਰਦੀਆਂ ਨੇ, ਤੇ ਉਸਤਾਦੀ ਸ਼ਾਗਿਰਦੀ ਹੁੰਦੀ ਏ। ਤੁਸੀਂ ਹੁਣ ਜਿਹੜੇ ਆਰੀਫ ਨੇ ਉਹਨਾਂ ਵੀ ਸ਼ਾਗਿਰਦ ਹੁੰਦੇ ਹੀ ਨੇ ਸਾਡੇ। ਅਗਰ ਵੇਖ ਤੱਕ ਕਿ ਕੋਈ ਸਾਡੇ ਹੁੰਦੇ ਨੇ, ਸਾਡੇ ਟੁੱਟ ਕੇ ਦੂਜੇ ਪਾਸੇ ਜਾਂਦੇ ਨੇ, ਤੇ ਚੱਲਦਾ ਹੀ ਰਹਿੰਦਾ। ਉਸਤਾਦ ਜੀ ਕੋਈ ਜ਼ਿੰਦਗੀ ਦਾ ਐਸਾ ਫੈਸਲਾ ਹੋਵੇ ਜਿਹਦੇ ਤੁਹਾਨੂੰ ਮਲਾਮਤ ਹੋਵੇ ਕਿ ਯਾਰ ਮੈਂ ਨਹੀਂ ਕਰਨਾ ਚਾਹੀਦਾ ਸੀ? ਨਹੀਂ, ਕੋਈ ਨਹੀਂ ਐਸਾ। ਤੇ ਸ਼ੌਕ ਕੈਸਾ ਹੈ ਕਬੂਤਰਬਾਜ਼ੀ? ਸ਼ੌਕ ਠੀਕ ਹੈ। ਔਖਾ ਹੀ ਬੋਲਿਆ, ਠੀਕ ਹੈ ਮਤਲਬ? ਠੀਕ ਹੈ। ਵੇਖੋ ਨਾ ਇਸ ਵਿੱਚ ਅੱਛੇ ਦੋਸਤ ਵੀ ਮਿਲਦੇ ਨੇ, ਅੱਛੇ ਨਹੀਂ ਵੀ ਮਿਲਦੇ। ਤੇ ਜਿਸ ਟਾਈਮ ਅੱਛੇ ਮਿਲਦੇ ਨੇ ਦੋਸਤ, ਫਿਰ ਆਖੀਦਾ ਯਾਰ ਇਹ ਸ਼ੌਕ ਠੀਕ ਹੈ। ਤੇ ਕੁਝ ਦੋਸਤ ਸਬਕ ਦੇ ਜਾਂਦੇ ਨੇ। ਤੁਹਾਡੇ ਸਾਹਿਬਜ਼ਾਦੇ ਮਾਸ਼ਾਅੱਲਾ ਬਿਲਾਲ ਨਾਂ ਸੀ ਉਹਨਾਂ ਦਾ? ਛੋਟੇ ਜਿਹੜੇ ਨੇ, ਛੋਟੇ ਦਾ ਬਲਾਲ ਸੀ ਜੀ। ਉਹ ਕੀ ਸਪੋਰਟ ਕਰੋਗੇ ਤੁਸੀਂ? ਉਹ ਤੁਸੀਂ ਚਾਹੁੰਦੇ ਹੋ ਕਿ ਇਸ ਦੇ ਵਿੱਚ ਆਵੇ? ਕਿਹੜਾ ਵਾਲਦ ਚਾਹੁੰਦਾ? ਇੱਕ ਚਾਚਾ ਕਮਲ ਗਾਨੀ ਚਾਹਿਆ। ਲੇਕਿਨ ਕਾਫੀ ਹੱਦ ਤੱਕ ਠੀਕ ਹੈ ਯਾਰ। ਨਸ਼ੇ ਮਸ਼ੇ ਤੋਂ ਬੰਦਾ ਬਚ ਜਾਂਦਾ, ਬੁਰਾਈ ਤੋਂ ਬਚ ਜਾਂਦਾ, ਲੜਾਈ ਝਗੜੇ ਤੋਂ ਬਚ ਜਾਂਦਾ। ਔਰ ਕੋਸ਼ਿਸ਼ ਕਰਨੀ ਚਾਹੀਦੀ ਯਾਰ ਇਸ ਸ਼ੌਕ ਦੇ ਵਿੱਚ ਲੜਾਈ ਝਗੜਾ ਸਿਆਸਤ ਇਸ ਤੋਂ ਪਾਕ ਰੱਖੋ, ਪਿਆਰ ਮੁਹੱਬਤ। ਅਰੀਫ ਵੀ ਯਾਰੋ ਇਕੱਠੇ ਬਵੋ, ਸ਼ੌਕ ਕਰੋ। ਇਹ ਖੂਬਸੂਰਤ ਪਾਸੇ ਲੈ ਜਾਵਾਂਗੇ ਇਸ ਸ਼ੌਕ ਨਾਲ, ਤੇ ਅੱਛਾ ਰਹੇਗਾ ਜ਼ਿੰਦਗੀ ਤੇ ਥੋੜੀ ਜਿਹੀ। ਅਗਰ ਅਸੀਂ ਅੱਛੀ ਰਵਾਇਤ ਛੱਡ ਕੇ ਜਾਵਾਂਗੇ, ਨਜ਼ਰੀਆ ਅੱਛਾ ਛੱਡ ਕੇ ਜਾਵਾਂਗੇ, ਅਸੀਂ ਚਲੇ ਵੀ ਜਾਂਦੇ, ਨਜ਼ਰੀਆ ਤੇ ਜ਼ਿੰਦਾ ਰਹੇਗਾ। ਤੇ ਇਹ ਹੈ ਕਿ ਸਾਰੇ ਦੋਸਤ ਰਲ ਮਿਲ ਕੇ ਬੈਠਣ। ਦੋਸਤ ਅਬਾਬ ਹਾਰ ਜੇ ਤਾਂ ਬਣੀ। ਅਗਰ ਕਿਸੇ ਕੋਲ ਤੁਸੀਂ ਹਰੇ ਹੋ ਤੇ ਦੱਸੋ ਯਾਰ ਮੈਂ ਫਲਾਂ ਬੰਦੇ ਕੋਲ ਫਲਾਂ ਸੰਨ ਚਲਿਆ ਸਾਂ, ਮੈਂ ਰਾਜਾ ਸਾਹਿਬ ਕੋਲ ਹਰਿਆ, ਮੈਂ ਦੱਸਣਾ ਪਿਆ। ਮੈਂ ਤਕੀਰ ਖਾਨ ਕੋਲ ਪਿੱਛੇ ਦੋਸਤ ਬਾਜ਼ੀਆਂ ਰਿਹਾ, ਉਹਨਾਂ ਦੋਵਾਂ ਦਾ ਮੈਂ ਜ਼ਿਕਰ ਕਰਨਾ। ਸਿਰਫ ਕੋਸ਼ਿਸ਼ ਕਰੋ ਯਾਰ ਜਿਹੜਾ ਤੁਹਾਡੇ ਕੋਲ ਜਿੱਤਿਆ ਉਸ ਨੂੰ ਉਹਦਾ ਜ਼ਿਕਰ ਕਰੋ ਕਿ ਯਾਰ ਫਲਾਂ ਪਲੇਅਰ ਮੇਰੇ ਕੋਲ ਜਿੱਤਿਆ। ਅੱਛੇ ਹਰੀਫ ਹੀ ਤੁਹਾਡਾ ਸ਼ੋਅ ਕਰਵਾਉਂਦੇ ਨੇ? ਬਿਲਕੁਲ ਜੀ ਯਾਰ। ਹਰੀਫ ਯਾਰ ਹੈ ਹੀ ਨਹੀਂ, ਭਾਈਆਂ ਨਾ, ਪੀਰ ਭਾਈ ਹੋ ਗਿਆ, ਸਾਰੇ ਹੋ ਗਏ ਯਾਰ। ਮਾਸ਼ਰੇ ਵਿੱਚ ਇਸ ਸ਼ੌਕ ਨੂੰ ਅੱਛਾ ਨਹੀਂ ਸਮਝਿਆ ਜਾਂਦਾ। ਕਮ ਅਜ਼ ਕਮ ਅਸੀਂ ਤੇ ਇੱਕ ਦੂਜੇ ਨੂੰ ਅੱਛਾ ਸਮਝੀਏ। ਉਸਤਾਦ ਜੀ ਤੁਹਾਨੂੰ ਨਹੀਂ ਲੱਗਦਾ ਹਕੂਮਤ ਨੂੰ ਇਸ
ਸ਼ੌਕ ਦੀ ਇੱਕ ਸਰਪ੍ਰਸਤੀ ਕਰਨੀ ਚਾਹੀਦੀ ਹੈ। ਕਰਨੀ ਚਾਹੀਦੀ ਹੈ। ਅਗਰ ਹੁਕੂਮਤ ਕਰੇਗੀ ਤਾਂ ਫਿਰ ਤਾਂ ਬਹੁਤ ਅੱਛਾ ਸ਼ੌਕ ਹੋ ਜਾਏਗਾ ਨਾ। ਵੇਖੋ ਇਸ ਟਾਈਮ ਕਾਫੀ ਸਾਰੇ ਲੋਕਾਂ ਦਾ ਜ਼ਰੀਆ ਮਾਸ਼ ਵੀ ਬਣੇ ਆ ਨਾ, ਬਾਹਰ ਦੁਬਈ ਜਾ ਰਹੇ ਨੇ, ਵਰਲਡ ਤੇ ਜਾ ਰਹੇ ਨੇ, ਵਰਲਡ ਲੈਵਲ ਤੇ ਪਾਕਿਸਤਾਨ ਦਾ ਇੱਕ ਨਾਂ ਕੱਢ ਰਹੇ ਨੇ ਕਬੂਤਰ। ਇਸ ਟਾਈਮ ਪਾਕਿਸਤਾਨ ਦੇ ਕਬੂਤਰ ਸਭ ਤੋਂ ਟਾਪ ਤੇ ਨੇ ਦੁਨੀਆ 'ਚ, ਵਰਲਡ 'ਚ। ਦੁਬਈ ਜਾ ਰਹੇ ਨੇ, ਸਾਊਦੀਆ ਜਾ ਰਹੇ ਨੇ, ਪਾਕਿਸਤਾਨ ਦਾ ਨਾਮ ਬਣਾ ਰਹੇ ਨੇ। ਤਾਂ ਘੁੰਮਣ ਨੂੰ ਚਾਹੀਦਾ ਨਾ ਇਸ ਪਾਸੇ ਗੌਰ ਕਰਨਾ। ਲੋਕਾਂ ਦਾ ਹੋਰ ਜ਼ਰੀਆ ਮਾਸ਼ ਵਧੇਗਾ, ਇਹ ਸ਼ੌਕ ਵਧੇਗਾ, ਸਾਡਾ ਨਾਮ ਪੈਦਾ ਹੋਵੇਗਾ ਕਬੂਤਰਬਾਜ਼ੀ ਦੇ ਹਵਾਲੇ ਨਾਲ। ਪਾਕਿਸਤਾਨ ਦਾ ਨਾਮ ਇਹ ਸਾਰੇ ਫਰਿਸ਼ਤੇ ਵਰਲਡ 'ਚ। ਤੇ ਉਸਤਾਦ ਜੀ ਦੇਖੋ ਨਾ, ਵਕੀਲ ਸਾਹਿਬ ਨੇ ਉਹਨਾਂ ਸਪੋਰਟ ਦਾ ਦਰਜਾ ਦਵਾਇਆ, ਫਿਰ ਤੁਹਾਨੂੰ ਵੀ ਜਿਹੜੇ ਮੋਜ਼ਸ ਬੰਦੇ ਨੇ ਇਹਦੇ ਵਿੱਚ, ਉਹਨੂੰ ਚਾਹੀਦਾ ਨਾ ਕਿ ਇਹਦੇ ਵਾਸਤੇ ਪਹਿਲੇ ਨੰਬਰ ਤੇ ਸਾਰੇ ਮੌਜੂਦ ਬੰਦਿਆਂ ਨੂੰ ਸਾਡੇ ਭਰਾਵਾਂ ਨੂੰ ਚਾਹੀਦਾ ਰਲ ਕੇ ਬਵੀਏ। ਰਲ ਕੇ ਬਹਿੰਦੇ ਨਹੀਂ ਹੈ। ਚਲੋ ਇਹ ਨਹੀਂ ਕਰਦੇ, ਜੇ ਕੋਸ਼ਿਸ਼ ਕਰਾਂਗੇ ਤਾਂ ਨਾਮੁਮਕਿਨ ਤਾਂ ਕੋਈ ਚੀਜ਼ ਨਹੀਂ ਨਾ। ਅਸੀਂ ਕੋਸ਼ਿਸ਼ ਕਰਾਂਗੇ ਤਾਂ ਕੰਮ ਅੱਗੇ ਚੱਲੇਗਾ। ਜਿਹੜੇ ਮਾਮਲਾਤ ਸ਼ੌਕ ਦੇ ਚੱਲੇ ਨੇ, ਇਸ ਵਾਸਤੇ ਕਦਮ ਵਧਾਉਣਾ ਚਾਹੀਦਾ, ਕਿਸੇ ਨਾ ਕਿਸੇ ਨੂੰ ਤਾਂ ਵਧਾਉਣਾ ਚਾਹੀਦਾ ਯਾਰ। ਤਮਾਸ਼ਾ ਨਹੀਂ ਵੇਖਣਾ ਚਾਹੀਦਾ, ਕਦਮ ਵਧਾ ਕੇ ਯਾਰ ਤੇ ਟੁਰ ਪਵੀਏ। ਤਾਂ ਕਿਹੜਾ ਕੰਮ ਹੈ ਦੁਨੀਆ ਤੇ ਜਿਹੜਾ ਨਹੀਂ ਹੁੰਦਾ? ਨਹੀਂ ਚਾਹੀਦਾ ਨਾ, ਜਿਵੇਂ ਉਹਨਾਂ ਦਿਲਵਾਇਆ ਵਾ ਸਪੋਰਟ ਦਾ ਦਰਜਾ, ਇਹਨਾਂ ਨੂੰ ਦਿਲਵਾਉਣ। ਕਿਉਂਕਿ ਹੁਣ ਅਕਸਰ ਵੇਖਿਆ ਵੀਡੀਓ ਆਉਂਦੀਆਂ ਨੇ, ਖੁੱਡੇ ਪੁੱਟੇ ਜਾ ਰਹੇ ਨੇ, ਜਾਲ ਨੇ ਚੁੱਕੇ ਜਾ ਰਹੇ ਨੇ। ਅਗਰ ਕੁਝ ਕਰਨਗੇ ਤੇ ਬਚਣਗੇ। ਵੇਖੋ ਜੀ, ਇਹ ਤੇ ਇਸ ਤਰ੍ਹਾਂ ਹੀ ਹੈ ਨਾ। ਸਾਨੂੰ ਜਿਹੜਾ ਹੈ ਬਾਜ਼ ਕਾ ਸਾਡੇ ਦੋਸਤ ਪੰਜਾਬ ਕਮੇਟੀ 'ਚ ਵੀ ਐਸੇ ਆਏ ਨੇ ਜਿਹੜੇ ਖੁਦ ਅਸੀਂ ਬੰਦ ਕਰਨ ਵਾਲੇ ਪਾਸੇ ਟੁਰ ਪੈਂਦੇ ਹਾਂ। ਲੇਕਿਨ ਉਹ ਚਾਹੁੰਦਾ ਅਨਾਸਰ ਵਾਸਤੇ ਅਸੀਂ ਸਾਰਾ ਸ਼ੌਕ ਤਾਂ ਨਹੀਂ ਖਰਾਬ ਕਰ ਸਕਦੇ। ਅਸੀਂ ਜਿਸ ਟਾਈਮ ਮਿਲ ਕੇ ਬਵਾਂਗੇ, 2 ਚੱਲਣਗੇ, 4 ਚੱਲਣਗੇ, 5 ਚੱਲਣਗੇ। ਵੇਖੋ ਬਾਬਾ ਮੋਇਨ ਨਵਾਜ਼ ਸਾਹਿਬ ਨੇ, ਉਹਨਾਂ ਦੀ ਕਾਫੀ ਅਰਸੇ ਤੋਂ ਹੈ ਨੇ, ਬਾਊ ਨਾਸਰ ਸਾਹਿਬ ਨੇ, ਉਹਨਾਂ ਦੀਆਂ ਕੁਰਬਾਨੀਆਂ ਵੇਖੋ ਯਾਰ। ਅਸੀਂ ਜਾਣਦੇ ਹਾਂ ਜਿਹੜੇ ਸ਼ੌਕ ਕਰ ਰਹੇ ਹਾਂ ਕਿ ਇੱਕ ਬੰਦਾ ਕਿਤਨਾ ਖਰਚ ਕਰਕੇ ਟਾਈਮ ਆਪਣਾ ਕੱਢ ਕੇ ਇੱਕ ਪੰਜਾਬ ਕਮੇਟੀ ਬਣਾਈ ਹੈ। ਸਾਰਾ ਉਹ ਸਿਸਟਮ ਨੇ ਚਲਾ ਰਹੇ ਨੇ, ਕਾਨੂੰਨ ਬਣਾ ਰਹੇ ਨੇ, ਸਾਰਾ ਕੰਮ ਮੈਰਿਟ ਤੇ ਹੋ ਰਿਹਾ ਹੈ। ਜੀ ਜੀ। ਫਿਰ ਇੱਕ ਹੋਰ ਚੀਜ਼ ਹੈ ਕਿ ਅਸੀਂ ਜਿਹੜੇ ਫੈਸਲੇ ਹੁੰਦੇ ਨੇ ਨਾ, ਬਾਜ਼ ਕਾ ਸਾਡੇ ਦੋਸਤ ਉਸ ਫੈਸਲੇ ਉੱਤੇ ਗਰੁੱਪਾਂ 'ਚ ਬਹਿਸ ਮੁਬੈਸਾ ਸ਼ੁਰੂ ਕਰ ਦਿੱਤੇ ਨੇ। ਹਕੀਕਤ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਐਸੇ ਹੀ ਕਿ ਉੱਥੇ ਗੱਲ ਕੀ ਸੀ, ਹਕੀਕਤ ਕੀ ਸੀ। ਤੇ ਅਗਰ ਪੰਜਾਬ ਕਮੇਟੀਆਂ ਨਹੀਂ ਹੋਣਗੀਆਂ ਤਾਂ ਸ਼ੌਕ ਕਿਵੇਂ ਹੋਵੇਗਾ? ਹਾਂਜੀ, ਪਿਆਰ ਮੁਹੱਬਤ ਵਾਲਾ ਸ਼ੌਕ ਹੈ। ਮੇਰੇ ਖਿਆਲ ਨਾਲ ਜਿਹੜੇ ਅੱਜ ਕੱਲ੍ਹ ਦੀ ਆਵਾਮ ਹੈ ਇਹਨੂੰ ਗਲਤ ਸਾਈਡ ਤੇ ਲੈ ਕੇ ਜਾ ਰਹੀ ਹੈ, ਪੋਲੀਟਿਕਸ ਨੂੰ ਇਨਵੋਲਵ ਕਰ ਰਹੀ ਹੈ ਵਿੱਚ। ਨਹੀਂ, ਮੇਰਾ ਖਿਆਲ ਆਉਂਦਾ ਦਿਨ ਬ ਦਿਨ ਸ਼ੌਕ ਬਿਹਤਰ ਹੋਵੇਗਾ, ਖਰਾਬ ਨਹੀਂ ਹੋਵੇਗਾ। ਕੁਝ ਦਿਨਾਂ ਤੋਂ ਥੋੜਾ ਜਿਹਾ ਸ਼ੌਕ ਦੇ ਹਵਾਲੇ ਨਾਲ ਥੋੜੀ ਜਿਹੀ ਕੁਝ ਸੋਸ਼ਲ ਮੀਡੀਆ ਤੇ ਨਹੀਂ ਠੀਕ, ਇਸ ਤੋਂ ਪਹਿਲਾਂ ਵੀ ਠੀਕ ਸੀ। ਤੇ ਉਹ ਵੀ ਹੁਣ ਸਾਨੂੰ ਕਦਮ ਵਧਾਉਣਾ ਪਵੇਗਾ, ਕਿਸੇ ਨਾ ਕਿਸੇ ਨਾਲ ਅੱਗੇ ਲੱਗਣਾ ਪਵੇਗਾ ਤਾਂ ਕਿ ਬਿਹਤਰੀ ਤਰਫ ਜਾਏ, ਬਿਹਤਰੀ ਦੀ ਤਰਫ ਜਾਏ। ਸ਼ੌਕ ਜਿਹੜਾ ਹੈ ਸਾਰੇ ਸਾਡੇ ਭਰਾ ਨੇ। ਵੇਖੋ ਲਾਹੌਰ ਵਾਲੇ ਨੇ, ਉਹ ਵੀ ਸਾਡੇ ਭਾਈ ਨੇ, ਪੰਜਾਬ ਵਾਲੇ ਵੀ ਯਾਰ। ਪੰਜਾਬ 'ਚ ਹੀ ਨਹੀਂ ਲਾਹੌਰ ਕਿੱਥੇ? ਸਾਰੇ ਇਕੱਠੇ ਆ, ਕੋਈ ਤੇ ਇਸ਼ੂ ਹੀ ਨਹੀਂ। ਕਬੂਤਰ ਕਦੀ ਅੱਜ ਅਸੀਂ ਚੈਂਪੀਅਨ ਬਣ ਗਏ, ਕਦੀ ਹੀਰੋ ਕਦੀ ਜ਼ੀਰੋ। ਬਸ ਇਹ ਵੇਖਿਆ, ਜ਼ੀਰੋ ਵੀ ਹੁੰਦਾ ਹੈ, ਉਹ ਹੀ ਚੈਂਪੀਅਨ ਜਿਹੜਾ ਪੰਜਾਬ ਦਾ ਹੁੰਦਾ ਕਦੀ ਕਦੀ ਜ਼ੀਰੋ ਟੁਰ ਜਾਂਦਾ। ਅੱਛਾ ਉਸਤਾਦ ਜੀ, ਅਜ਼ਰ ਕੋਲ ਆਇਆ ਸੀ ਜਿਹੜੀ ਪਰਫਾਰਮੈਂਸ ਦਿੱਤੀ ਲਾਹੌਰ ਦੇ ਵਿੱਚ, ਉਹਦੇ ਬਾਰੇ ਕੁਝ ਬੋਲੋ ਨਾ। ਮਾਸ਼ਾਅੱਲਾ ਅਜ਼ਰ ਦੇ ਮੈਨੂੰ ਉਮੀਦ ਸੀ ਪੂਰੀ ਕਿ ਅਜ਼ਰ ਬੈਠਾ ਤੇ ਉਹ ਪਰਫਾਰਮੈਂਸ ਦੇਗਾ। ਮਾਸ਼ਾਅੱਲਾ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ, ਟੂਰਨਾਮੈਂਟਸ ਵਗੈਰਾ, ਬਾਜ਼ੀਆਂ ਆਲਟੋ ਵਾਲ ਵਿਨ ਕੀਤੀ। ਅੱਲਾਹ ਪਾਕ ਨੇ ਕਰਮ ਕੀਤਾ, 1-to-1 ਮੁਕਾਬਲੇ ਵੀ ਜਿੱਤ ਗਏ। ਤੇ ਫਿਰ ਇੱਕ ਹੋਰ ਚੀਜ਼ ਹੈ ਕਿ 7 ਰੋਜ਼ਾ ਚੈਂਪੀਅਨਸ਼ਿਪ ਵੀ ਆਪਣੇ ਨਾਮ ਕਰ ਲਈ, ਬੜੀ ਵੱਡੀ ਗੱਲ ਹੈ। ਲੇਕਿਨ ਰੋਜ਼ਾਨਾ ਭਾਈਜਾਨ ਘਰੋਂ ਬਾਹਰ ਨਹੀਂ ਰਹਿਣ ਹੁੰਦਾ, ਨਹੀਂ ਰਹਿਣ ਹੁੰਦਾ। ਇਹ ਜਿਹੜੀ ਹਕੀਕਤ ਵੇਖੋ, ਮੇਰਾ ਇੱਥੋਂ 35 ਕਿਲੋਮੀਟਰ ਪਿੰਡ ਹੈ ਗਾਉਂ में, ਜਿੱਥੇ ਮੇਰਾ ਘਰ ਹੈ ਸਾਰਾ, ਇੱਥੇ ਅਸੀਂ ਬੱਚੇ ਪੜ੍ਹਾਉਣ ਆਏ ਹਾਂ। ਮੇਰੇ ਕੋਲ 35 ਕਿਲੋਮੀਟਰ ਜਾ ਕੇ ਉੱਥੋਂ ਨਹੀਂ ਕਬੂਤਰ ਉਡਾਣ ਹੁੰਦੇ, ਤੇ 200 ਕਿਲੋਮੀਟਰ ਜਾ ਕੇ ਕਬੂਤਰ ਉਡਾਣ ਵਾਲੀ ਗੱਲ ਕਰਨੀ ਮੇਰੀ ਸਮਝ 'ਚ ਨਹੀਂ ਹੁੰਦੀ। ਤਾਂ ਜੀ ਮਤਲਬ ਤੁਹਾਡੇ ਰਾਏ ਦੇ ਮੁਤਾਬਕ ਘਰੋਂ ਬਾਹਰ ਜਾ ਕੇ ਕਬੂਤਰਬਾਜ਼ੀ ਕਰਨਾ ਫੈਸਲਾ ਗਲਤ ਹੈ? ਮੈਂ ਸਮਝਣਾ ਗਲਤ ਹੈ। ਤੁਸੀਂ ਜ਼ਿਹਨੀ ਤੌਰ ਤੇ ਹੀ ਅਪਸੈਟ ਰਹੋਗੇ ਨਾ ਘਰੋਂ ਬਾਹਰ, ਤੇ ਨਹੀਂ ਜਾ। ਅਸੀਂ ਵੇਖੋ ਇੱਕ ਸ਼ੌਕ ਹੈ, ਸ਼ੁਗਲ ਵਾਸਤੇ ਰੱਖੇ ਆ ਨਾ। ਅਸੀਂ ਇਹਨੂੰ ਸਿਰ ਭੀੜ ਨਾ ਬਣਾ ਲਈਏ, ਬਾਹਰ ਜਾ ਕੇ ਤਾਂ ਸਿਰ ਭੀੜ ਬਣਾਵਾਂਗੇ। ਅਸੀਂ ਆਪਣੇ ਘਰ 'ਚ ਠੀਕ ਹੈ, ਜਿੰਨਾ ਹੁੰਦਾ ਕਰ ਲਓ, ਜੇ ਸਲੇ ਨਾ ਹੋਇਆ ਛੱਡ ਦਿਓ, ਜੋੜੇ ਰੱਖ ਲਿਓ, ਵਹਿੰਦੇ ਰਹੋ। ਸਾਰੀ ਤੁਹਾਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਯਾਦਗਾਰ ਪ੍ਰਵਾਸ ਕੋਈ ਦੱਸੋ ਜੀ? ਸਾਰੇ ਹੁਣ ਇਤਕੀ ਵੀ 142 ਘੰਟਾ ਬਣਿਆ ਮਾਸ਼ਾਅੱਲਾ। ਤੇ ਆਪਣੀ ਛੱਤ ਦੇ ਇੱਕ ਦਫਾ ਉਹਦਾ ਮੇਰਾ ਪਹਿਲਾ ਕਬੂਤਰ 4:45 ਵਜੇ ਬੈਠਾ ਸੀ, ਉਸ ਦਾੜੇ 9 ਹੀ ਬੈਠੇ ਸੀ। 114 15 16 ਘੰਟੇ ਬਣੇ ਸੀ ਉਸ ਦਾੜੇ, ਯਾਨੀ ਉਸ ਵੇਲੇ ਸਟਾਰਟ ਵਿੱਚ ਸੀ ਨਾ।
ਉਹ ਬੜੀ ਖੁਸ਼ੀ ਵਾਲਾ ਆਲਮ ਸੀ ਯਾਰ, ਸਾਡਾ ਪਹਿਲਾ ਪੌਣੇ 4 ਵਜੇ ਬੈਠਾ, ਆਖਰੀ ਇਹ ਅੰਗਰੇਜ਼ ਹੀ ਬੈਠਾ ਸੀ 7:51 ਤੇ 2 ਤੋਂ ਲਾਈਟਾਂ ਚੋਂ ਨਿਕਲ ਗਏ। ਅੱਛਾ ਉਸਤਾਦ ਜੀ, ਮੇਰੇ ਸਾਹਮਣੇ ਇੱਕ ਪੋਸਟ ਗੁਜ਼ਰੀ ਸੀ ਜਿਹਦੇ ਵਿੱਚ ਅਜ਼ਹਰ ਗੁਰੈਰ ਸਾਹਿਬ ਤੇ ਤੁਹਾਡਾ ਇਲਹਾਕ ਹੋਇਆ ਸੀ ਹੁਮਾਯੂੰ ਭੱਟ ਸਾਹਿਬ ਨਾਲ, ਤੇ ਬਾਅਦ ਚੋਂ ਵੇਖਣ 'ਚ ਆਇਆ ਵੇ ਕਿ ਮੁਕਾਬਲਾ ਜਾਤ ਹੋਏ ਨੇ ਗਜ਼ਨਫਰ ਜਵੇਦ ਬਾਜਵਾ ਸਾਹਿਬ ਨਾਲ। ਇਹਦੀ ਕੀ ਰੀਜ਼ਨ ਹੈ ਸਰ? ਉਹਦੀ ਵਜ੍ਹਾ ਹੈ ਕਿ ਸਾਡਾ ਨਾ ਖਾਸ ਤੌਰ ਤੇ ਮੇਰਾ ਤੇ ਜ਼ਰ ਦਾ ਨਾ ਹੁਮਾਯੂੰ ਭੱਟ ਸਾਹਿਬ ਨਾਲ ਬੜਾ ਭਾਈਆਂ ਵਾਲਾ ਤਲਕ ਹੈ ਜੀ। ਸਾਡਾ, ਉਹ ਘਰ ਹੈ, ਅੱਜ ਵੀ ਤਲਕ ਹੈ। ਸਾਡਾ ਇਤਾਦ ਹੋਇਆ ਪਾਰਟੀ ਦਾ, ਫਿਰ ਕੋਈ ਇਤਾਦ ਬਾਅਦ ਦੇ ਵਿੱਚ ਕੋਈ ਸਾਡੀ ਪਾਰਟੀ ਦੀ ਤਰਫੋਂ ਕੁਝ ਉਦੋਂ ਟੁੱਟਿਆ, ਲੇਕਿਨ ਮੈਂ ਤੇ ਅਜ਼ਹਰ ਨੇ ਉਹ ਇਤਾਦ ਕਾਇਮ ਰੱਖਿਆ, ਪੋਸਟ ਵੀ ਲਾ ਦਿੱਤੀ ਕਿ ਸਾਡਾ ਇਤਾਦ ਹੈ। ਉਸ ਤੋਂ ਬਾਅਦ ਫਿਰ ਬਾਜਵਾ ਸਾਹਿਬ ਨੇ ਹੀ ਉਹ ਇਤਾਦ ਲਾਈਵ ਟਿਕਟਾਕ ਤੇ ਬਹਿ ਕੇ ਕੋ ਗੱਲਾਂ ਬਾਤਾਂ ਕੀਤੀਆਂ, ਉਹ ਇਤਾਦ ਟੁੱਟ ਗਿਆ। ਤੇ ਉਸ ਤੋਂ ਬਾਅਦ 1 to 1 ਮੁਕਾਬਲੇ ਹੋਏ ਨੇ। ਇਸ ਦਫਾ ਸਾਡੀ ਇਸ ਛਾਤੂ ਵੀ ਸੀ, ਹੋਰ ਵੀ ਸੀ, ਤੇ ਇਨਸ਼ਾ ਅੱਲਾਹ ਤਾਲਾ ਹੁਣ ਸਾਡਾ ਸਿਰਫ ਇਤਾਦ ਭਾਈ ਹੁਮਾਯੂੰ ਨਾਲ। ਤੇ ਆਉਣ ਵਾਲੇ ਵਕਤਾਂ 'ਚ ਗਜ਼ਨਫਰ ਬਾਜਵਾ ਸਾਹਿਬ ਨਾਲ ਸ਼ੌਕ ਹੋਵੇਗਾ ਭਰਪੂਰ ਸ਼ੌਕ ਵੇਖਣ ਨੂੰ ਮਿਲੇਗਾ। ਫਿਰ ਬਿਲਕੁਲ ਸ਼ੌਕ ਹੋਵੇਗਾ ਉਹਨਾਂ ਨਾਲ, ਸਿਰਫ ਉਸਤਾਦ ਹੁਮਾਯੂੰ ਨਾਲ ਸਾਡਾ ਇਤਾਦ। ਸਾਰੀ ਜ਼ਿੰਦਗੀ 'ਚ ਕਦੀ ਕੋਈ ਹਾਰ ਵੇਖੀ ਹੋਵੇ ਜਿਹਨੇ ਬਹੁਤ ਅਪਸੈਟ ਕੀਤਾ ਹੋਵੇ? ਸਰ ਅੱਲਾ ਦਾ ਕਰਮ ਹੀ ਰਿਹਾ, ਕੱਪਾਂ ਛੱਪਾਂ ਸਟਾਰਟ ਚੜਦੇ ਰਹੇ ਆ, 1 to 1 ਮੁਕਾਬਲੇ ਅੱਲਾ ਦਾ ਕਰਮ ਰਿਹਾ ਕਿ ਠੀਕ ਹੀ ਰਹੇ ਆ ਤਕਰੀਬਨ। ਅਰੇ ਵੀ ਆਇਆ ਕੋ ਨਹੀਂ, ਅਸੀਂ ਆਂਦੇ ਵਾਸੀ ਜਿੱਤਦੇ ਹੀ ਰਹੇ ਆ, ਅਸੀਂ ਹਰਦੇ ਵੀ ਰਹੇ ਆ। ਅਸੀਂ ਮੇਰੇ ਖਿਆਲ ਆਂਦਾ ਉਸਤਾਦ ਮੋਇਨ ਨਵਾਜ਼ ਸਾਹਿਬ ਨਾਲ ਹੁਣ ਮੇਰਾ ਜ਼ਿਕਰ ਕਰਦੇ ਜਾਈਏ ਹਾਰ ਜਿੱਤ ਦਾ ਵੀ, ਉਹਨਾਂ ਨਾਲ ਮੇਰਾ 1 to 1 ਮੁਕਾਬਲਾ ਹੋਇਆ ਸੀ। 7 ਦਿਨ ਦੀ ਮੇਰੇ ਖਿਆਲ 5 ਦਿਨ ਦੀ ਜਾਂ 7 ਦਿਨ ਦੀ ਟੋਟਲ ਐਵਰੇਜ ਸੀ, 5 ਦਿਨ ਦੀ ਸੀ ਸ਼ਾਇਦ, ਉਹ ਮੈਂ ਹਾਰ ਗਿਆ ਸੀ। ਅੱਛਾ। ਲੇਕਿਨ ਉਸੇ ਦੌਰਾਨ ਮੇਰਾ ਅੰਗਰੇਜ਼ ਬੱਚਾ ਉਹਨਾਂ ਨਾਲ ਲੱਗ ਗਿਆ ਸੀ। ਲੋਕ ਉਸ ਮੁਕਾਬਲੇ ਨੂੰ ਤੇ ਭੁੱਲ ਗਏ ਜਿਹੜਾ ਮੈਂ ਹਾਰਿਆ, ਜਿਹੜਾ ਮੇਰਾ ਬੱਚਾ ਜਿੱਤਿਆ ਸੀ ਉਸ ਮੁਕਾਬਲੇ ਨੂੰ ਲੋਕਾਂ ਨੇ ਯਾਦ ਰੱਖਿਆ। ਸੋਸ਼ਲ ਮੀਡੀਆ ਤੇ ਅੱਜ ਵੀ ਉਹ ਇੱਕ ਦਫਾ ਲੱਗਾ ਬਾਬੇਰਾਂ ਨਾਲ, ਉਹ ਬਾਬੇਰਾਂ ਦਾ ਮੇਰੇ ਖਿਆਲ ਪਹਿਲੇ ਦਿਨ 12 ਵਜੇ ਬਹਿ ਗਿਆ, ਮੇਰਾ 7 ਵਜੇ, ਦੂਸਰੇ ਦਿਨ ਉਹ ਬਾਬੇਰਾਂ ਦੀ ਮਾਦੀ ਕੋਈ ਨਾ ਬੈਠੀ, ਫਿਰ ਬਾਬੇਰਾਂ ਦੀ ਬਾਅਦ ਚ ਮੇਰੇ ਖਿਆਲ ਚੋਂ ਕਾਲੀ ਅਬਸ਼ਨ ਮਾਦੀ ਆਈ, ਸਾਡਾ ਉਸ ਦਿਨ 7 ਵਜੇ ਬੈਠ ਗਿਆ, ਬਾਬੇਰਾਂ ਦਾ ਕੋਈ ਨਾ ਬੈਠਾ ਸੀ, ਉਹ ਜਿੱਤ ਗਏ। ਲੋਕਾਂ ਨੇ ਉਸ ਨੂੰ ਬਣਾ ਲਿਆ ਇਸ਼ੂ ਕਿ ਉਹ ਉਸਤਾਦ ਆਸਮ ਚੱਦੜ ਨੇ ਅੰਗਰੇਜ਼ ਬੱਚਾ ਜਿੱਤ ਗਿਆ। ਹਾਲਾਂਕਿ ਉਸ ਸਾਲ ਮੈਂ ਬਾਜ਼ੀ ਬਾਬੇਰਾਂ ਕੋ ਰਿਹਾ। ਅੱਛਾ ਉਸਤਾਦ ਜੀ, ਬਾਬਾ ਜੀ ਕੈਸੇ ਪਲੇਅਰ ਨੇ? ਯਾਰ ਬਾਬਾ ਜੀ ਪਲੇਅਰ ਵੀ ਅੱਛੇ ਨੇ, ਹੁਣ ਬੁੱਢੇ ਹੋ ਗਏ ਨੇ, ਸ਼ੌਕ ਹੁੰਦਾ ਉਮਰ ਨਾਲ, ਜ਼ਾਹਰੀ ਗੱਲ ਹੈ ਹੁਣ ਉਹਨਾਂ ਦੀ ਉਮਰ ਨਹੀਂ ਸ਼ੌਕ ਵਾਲੀ ਰਹੀ। ਕੋਈ ਬੰਦੇ ਦੇ ਇਨਸਾਨ ਦੇ ਆਪਣੇ ਵੀ, ਲੇਕਿਨ ਉਹ ਜੋ ਇਨਸਾਨ ਗ੍ਰੇਟ ਇਨਸਾਨ ਹੈ ਬਾਬਾ ਮੋਇਨ ਨਵਾਜ਼, ਗੱਪ ਛਪ ਸ਼ੁਗਲ ਛੱਪਾ ਸਾਰਾ ਜਿਹੜਾ ਹੈ ਨਾ ਉਹਨਾਂ ਨਾਲ, ਯਾਨੀ ਕਿ ਅਗਰ ਬਾਬੇ ਰੀ ਤਾਂ ਅਸੀਂ ਇਕੱਠੇ ਹੋਏ ਹਾਂ 2 ਘੰਟੇ 4 ਘੰਟੇ ਬੜੇ ਫਰੈਂਕ ਗੱਪ ਛਪ ਚ ਰਵੀਦਾ, ਸ਼ੁਗਲ ਚ ਰਵੀਦਾ, ਬੜਾ ਮਜ਼ਾ ਆਉਂਦਾ ਬਾਬੇਰਾਂ ਨਾਲ ਗੱਪ ਲਾਉਣ ਦਾ। ਬਾਬੇਰਾਂ ਦੀ ਜੁਗਤ ਸੁਣਨੀ, ਬਾਬੇਰਾਂ ਨੂੰ ਸੁਣਾ ਲੈਣੀ। ਅੱਛਾ, ਜਿਹੜੇ ਸ਼ੌਕ ਨੂੰ ਲੈ ਕੇ ਬਾਬਾ ਜੀ ਦੇ ਖਿਦਮਾਤ ਨੇ? ਬਿਲਕੁਲ ਜੀ, ਬਾਬਾ ਜੀ ਦੀਆਂ ਬਹੁਤ ਖਿਦਮਾਤ ਨੇ, ਬਾਬਾ ਜੀ ਨੇ ਹੀ ਬਾਹਰ ਕੱਢਿਆ ਸੀ। ਹੁਣ ਵੀ ਬਾਬਾ ਜੀ ਨੂੰ ਚਾਹੀਦਾ ਕਿ ਸ਼ੌਕ ਨੂੰ ਅੱਗੇ ਵਧਾਉਣਾ। ਜਿਹੜੇ ਅੱਜ ਕੱਲ੍ਹ ਪੰਜਾਬ ਕਮੇਟੀ ਦੇ ਮਾਮਲਾਤ ਚੱਲ ਰਹੇ ਨੇ, ਬਾਬਾ ਜੀ ਨੂੰ ਚਾਹੀਦਾ ਕਿ ਸਾਬਕਾ ਆਪਣਾ ਜਿਹੜੀਆਂ ਉਹ ਖਿਦਮਾਤ ਕੀਤੀਆਂ ਨਾ, ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਦੁਬਾਰਾ ਕਦਮ ਅੱਗੇ ਵਧਾ ਕੇ, ਇਹ ਜਿਹੜਾ ਬਾਊ ਨਾਸਰ ਸਾਹਿਬ ਨੇ ਵੀ ਅਸਤੀਫਾ ਦਿੱਤਾ, ਬਾਊ ਨਾਸਰ ਦੀਆਂ ਵੀ ਬਹੁਤ ਖਿਦਮਤਾਂ ਨੇ ਕੋਈ ਸ਼ੱਕ ਨਹੀਂ ਇਸ ਸ਼ੌਕ 'ਚ। ਔਰ ਅਸੀਂ ਸਮਝਦੇ ਹਾਂ, ਮੈਂ ਸਮਝਣਾ ਬਾਊ ਤੋਂ ਬਗੈਰ ਵੀ ਕਬੂਤਰਬਾਜ਼ੀ ਨਹੀਂ, ਬਾਬੇਰਾਂ ਨੂੰ ਵੀ ਚਾਹੀਦਾ ਰਲ ਮਿਲ ਕੇ ਇਸ ਨਗਰ 25-30 ਸਾਲ ਆਪਣਾ ਵਕਫ ਕੀਤਾ ਤੇ ਇਸ ਸ਼ੌਕ ਨੂੰ ਸਾਡੇ ਵਾਸਤੇ, ਸਾਡੇ ਜੂਨੀਅਰ ਪਲੇਅਰਾਂ ਵਾਸਤੇ ਅੱਗੇ ਕਦਮ ਵਧਾ ਕੇ ਤੇ ਹੋਰ ਬਿਹਤਰ ਕਰਕੇ ਜਾਣਾ ਚਾਹੀਦਾ। ਸਾਹ ਜੀ, ਕਬੂਤਰਬਾਜ਼ੀ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਦੱਸੋ ਕਿ ਚੈਂਪੀਅਨ ਕਬੂਤਰ ਦੀ ਪਛਾਣ ਦੇ ਬਾਰੇ ਦੱਸੋ ਕੁਝ। ਸਰ ਵੇਖੋ, ਅਸੀਂ ਤੇ ਇਤਨਾ ਬਰੀਕੀਆਂ ਜਾਂਦੇ ਕੋਈ ਨਹੀਂ, ਜਿਹੜਾ ਚੰਗਾ ਉੱਡਦਾ ਉਹਨੂੰ ਵੇਖ ਹੀ ਰੱਖਿਆ, ਜ਼ਿਹਨ 'ਚ ਨਕਸ਼ਾ ਬਣਾ ਲਿਆ, ਥੋੜੀ ਕੋਸ਼ਿਸ਼ ਕਰੋ। ਥੋੜਾ ਜਿਹਾ ਸਾਡੀ ਆਵਾਮ ਨੂੰ ਦੱਸੋ ਨਾ। ਪਰ ਮੈਂ ਤਾਂ ਥੋੜਾ ਜਿਹਾ ਵੇਖ ਨਾ, ਕਦੀ ਵੀ ਮੋਟੀ ਲੱਤ ਵਾਲੇ ਕਬੂਤਰ ਤੋਂ ਪਰਹੇਜ਼ ਕਰੋ, ਬਰੀਕ ਲੱਤ ਵਾਲਾ ਕਬੂਤਰ ਵੇਖ ਲਓ। ਤੇ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਪਿਆ, ਪਹਿਲਾਂ ਚੱਲਦੀਆਂ ਕਾਲੀਆਂ ਨੋਕਾਂ ਲੰਮੀਆਂ ਚੋਚਾਂ ਹੋਣ, ਤੇ ਹੁਣ ਪ੍ਰਮੋਜ਼ ਹੋਈ ਪਈ ਹੈ। ਸਰ ਵੇਖੋ, ਪ੍ਰਮੋਜ਼ ਕਬੂਤਰ ਪਿਪਲਾਂ ਵਾਲੇ ਕਬੂਤਰ ਨੇ, ਅੱਛੇ ਕਬੂਤਰ ਨੇ, ਅੱਛਾ ਉੱਡਦੇ ਨੇ, ਅੱਛੇ ਪਰਫਾਰਮ ਕਰਦੇ ਨੇ। ਉਸ ਤੋਂ ਇਲਾਵਾ ਪ੍ਰਮੋਜ਼ਾਂ ਤੋਂ ਇਲਾਵਾ ਵੀ ਉੱਡ ਰਹੇ ਨੇ ਕਬੂਤਰ ਕਾਫੀ। ਤਾਂ ਤੁਹਾਡਾ ਆਈਡੀਅਲ ਪਲੇਅਰ ਕੌਣ ਹੈ? ਸਰ ਆਈਡੀਅਲ ਪਲੇਅਰ ਦਾ ਤੁਸੀਂ ਪੁੱਛਿਆ, ਆਈਡੀਅਲ ਪਲੇਅਰ ਹੈ ਫਰੂਕ ਖਾਨ। ਔਰ ਉਸ ਤੋਂ ਬਾਅਦ ਜ਼ੈਦ ਨਾਨ ਅੱਛਾ ਪਲੇਅਰ ਹੈ, ਯਾਨੀ ਕਿ ਬੜੇ ਧੰਮਲ ਮਜ਼ਾਜੀ ਨਾਲ ਖੇਡਦੇ ਨੇ। ਆਖਰੀ ਦਿਨ ਤੱਕ ਪਿੱਛੇ ਕੋਈ ਨਹੀਂ, ਬਸ 5 ਦਿਨ ਪਿੱਛੇ ਆਏ ਨੇ ਤੇ 11 ਵਿੱਚ ਹੋ ਸਕਦਾ ਅੱਗੇ ਆਏ ਖੜੇ ਹੋ।
ਕਿ ਪਲੇਅਰ ਕਿਸੇ ਵੇਲੇ ਵੀ ਕੁਝ ਕਰ ਸਕਦੇ ਨੇ। ਅੱਛੇ ਪਲੇਅਰ ਨੇ। ਫਰੂਕ ਖਾਨ ਬਹੁਤ ਅੱਛਾ ਖੇਡਦਾ ਔਰ ਆਪਣੇ ਪਲੇਅਰ ਵੀ ਨਾਲੇ ਯੰਗ ਪਲੇਅਰ ਹੈ। ਫਿਰ ਇੱਕ ਹੋਰ ਚੀਜ਼ ਹੈ ਭਾਈਜਾਨ, ਉਹਦਾ ਧਿਆਨ ਵੀ ਤਾਂ ਕਬੂਤਰਬਾਜ਼ੀ ਵੱਲ ਹੈ। ਸਾਲ ਪੂਰਾ ਉਸ ਕਬੂਤਰਾਂ 'ਚ ਹੀ ਰਹਿਣਾ ਵੀ ਹੈ ਨਾ। ਉਹਦਾ ਜਨੂਨ ਹੈ, ਉਹਦਾ ਸ਼ੌਕ ਹੈ। ਔਰ ਹਰ ਸਾਲ ਤੁਸੀਂ ਵੇਖੋ ਰਿਜ਼ਲਟ ਉਹਦਾ ਵੇਖੋ ਨਾ, ਉਹਨਾਂ ਦਾ, ਇਹਨਾਂ ਲੋਕਾਂ ਦੋਵਾਂ ਲੋਕਾਂ ਦਾ ਰਿਜ਼ਲਟ ਤੇ ਵੇਖੋ ਕਿ ਪਿਛਲੇ 4 5 6 ਸਾਲ ਤੋਂ, ਚਲੋ ਜ਼ਾਹਿਰ ਨਾਲ 3 ਸਾਲ ਤੋਂ ਆਇਆ, 3 ਸਾਲ ਵਿੱਚ ਵੇਖੋ ਤੁਸੀਂ ਉਸ 2 ਸਾਲ ਲਗਾਤਾਰ ਚੈਂਪੀਅਨ। ਇਤਕੀ ਵੀ ਕੁਝ ਕੱਪਾਂ 'ਚ ਚੈਂਪੀਅਨ ਨੇ, ਕੁਝਾਂ 'ਚ ਅਸੀਂ ਚੈਂਪੀਅਨ। ਚਲੋ ਸਾਡੇ ਘੰਟੇ ਜ਼ਿਆਦਾ ਨੇ ਲੇਕਿਨ ਅੱਛਾ ਉੜਿਆ ਨਾ। ਤੇ ਫਰੂਕ ਖਾਨ ਕਦੀ 5 ਰੋਜ਼ਾ ਚੈਂਪੀਅਨ, ਕਦੀ 7 ਰੋਜ਼ਾ ਬਣ ਜਾਂਦਾ, ਕਦੀ 11 ਰੋਜ਼ਾ ਬਣ ਜਾਂਦਾ। ਇਸ ਦਫਾ ਵੀ ਬਹੁਤ ਅੱਛੇ ਕਬੂਤਰ ਉਡਾਏ ਨੇ। ਉਹਦੀ ਸਾਡੀ ਲੱਕ ਅੱਛੀ ਰਹੀ ਹੈ ਉਹਦੇ ਨਾਲ। ਉਸਤਾਦ ਜੀ ਉਹਦੇ ਵਿੱਚੋਂ ਸਭ ਤੋਂ ਵੱਡਾ ਹੱਥ ਉਹਨਾਂ ਦੇ ਵਾਲਾ ਸਾਹਿਬ ਦਾ ਹੈ ਨਾ। ਉਹ ਮੈਂ ਇੰਟਰਵਿਊ ਸੁਣ ਰਿਹਾ ਹਾਂ, ਕਹਿ ਰਹੇ ਨੇ ਮੈਨੂੰ ਨਾ ਸ਼ੌਕ ਨਹੀਂ ਸੀ, ਮੈਨੂੰ ਲਿਆਉਣ ਵਾਲੇ ਜਿਹੜੇ ਨੇ ਮੇਰੇ ਵਾਲਾ ਸਾਹਿਬ ਨੇ, ਤੇ ਹੁਣ ਦੇਖੋ ਉਹਨਾਂ ਕਿੰਨਾ ਨਾਮ ਪੈਦਾ ਕੀਤਾ। ਸਰ ਵੇਖੋ ਨਾ, ਵਾਲਦ ਸਾਹਿਬ ਦਾ ਤੇ ਹੁਣ ਜਿਹੜਾ MNA ਹੁੰਦਾ ਉਹ ਜਾਂ ਵਜ਼ੀਰ ਆਜ਼ਮ ਹੈ, ਉਹਦਾ ਵੀ ਦਿਲ ਹੁੰਦਾ। ਹੁਣ ਬੇਨਜ਼ੀਰ ਦਾ ਪੁੱਤਰ ਬਲਾਵਲ ਵੀ ਤੇ ਆਈ ਹੈ। ਵਾਲਦੈਨ ਦਾ ਤਾਂ ਦਿਲ ਹੁੰਦਾ ਮੇਰਾ ਵੀ ਪੁੱਤਰ ਉੱਥੇ ਮੇਰੇ ਤੋਂ ਵੀ ਉਤਾ ਜਾਏ, ਲੇਕਿਨ ਕੁਝ ਨਾ ਕੁਝ ਪੁੱਤਰ 'ਚ ਵੀ ਤਾਂ ਕੁਆਲਿਟੀ ਹੋਵੇ ਨਾ। ਤਾਂ ਉਹਨੇ ਕੁਆਲਿਟੀ ਦਿਖਾਈ ਵੀ, ਉਹਨੇ ਤਾਂ ਕਹੀ ਹੈ ਮੈਂ ਚੈਂਪੀਅਨ ਪਿਓ ਦਾ ਚੈਂਪੀਅਨ ਪੁੱਤਰ ਹੀ ਹਾਂ। ਯਾਨੀ ਕਿ ਇੰਜੇ ਕਰ ਲਓ, ਕੁਝ ਕਬੂਤਰ ਖੁਦ ਚੈਂਪੀਅਨ ਹੁੰਦੇ ਨੇ, ਬਰੀਡ ਪੈੜੀ ਹੁੰਦੀ ਹੈ ਉਹਨਾਂ ਦੀ। ਲੇਕਿਨ ਚਾਚਾ ਕਮਲ ਖਾਨ ਖੁਦ ਵੀ ਚੈਂਪੀਅਨ ਹੈ ਤੇ ਅੱਗੋਂ ਵੀ। ਉਸਤਾਦ ਜੀ ਜਾਂਦੇ ਜਾਂਦੇ ਨਾ ਆਪਣੇ ਚਾਹਨੇ ਵਾਲਿਆਂ ਨੂੰ, ਮਾਸ਼ਾਅੱਲਾ ਬਹੁਤ ਫੈਨ ਫਾਲੋਇੰਗ ਤੁਹਾਡੀ, ਕੋਈ ਮੈਸੇਜ ਦੇਣਾ ਚਾਹੋ ਕਬੂਤਰ ਪਰ ਦੇ ਰਿਲੇਟਡ? ਸਰ ਮੈਸੇਜ ਇਹ ਹੀ ਹੈ ਕਿ ਥੋੜਾ ਕਬੂਤਰਾਂ ਵੱਲ, ਆਪਣੀ ਪਰਵਾਜ਼ ਵੱਲ, ਆਪਣੇ ਕਬੂਤਰਾਂ ਵੱਲ ਧਿਆਨ ਦਿਓ ਤੇ ਪਿਆਰ ਮੁਹੱਬਤ ਨਾਲ ਰਹੋ ਆਪਸ 'ਚ। ਅਖਲਾਕ, ਦੋਸਤੀ, ਚਾਹੇ ਹਰੀਫ ਹੈ ਚਾਹੇ ਆਪਣੇ ਸਾਰਿਆਂ ਨੂੰ, ਅਗਰ ਤੁਸੀਂ ਜਿੱਦੇ ਹੋ ਤੇ ਯਾਰ ਕੋਸ਼ਿਸ਼ ਕਰੋ ਯਾਰ ਕਿ ਤੁਸੀਂ ਆਪਣੇ ਹਰੀਫ ਦੀ ਦਿਲ ਆਜ਼ਾਰੀ ਨਾ ਹੋਵੇ। ਅਗਰ ਤੁਸੀਂ ਹਰਦੇ ਹੋ ਕਿਸੇ ਨਾਲ ਤੇ ਕੋਸ਼ਿਸ਼ ਕਰੋ ਕਿ ਜ਼ਿਕਰ ਕਰੋ ਮੈਂ ਯਾਰ ਫਲਾਂ ਸੰਨ 'ਚ ਫਲਾਂ ਬੰਦੇ ਕੋਲ ਰਿਹਾ। ਕੋਈ ਇਸ ਨਾਲ ਬੰਦਾ ਛੋਟਾ ਨਹੀਂ ਹੁੰਦਾ। ਹਕੀਕਤ ਹੈ ਕਿ ਤੁਸੀਂ ਆਪਣੀ ਜ਼ਬਾਨ 'ਚ ਮੰਨੋ ਯਾਰ, ਕਦੀ ਕਿਸੇ ਦੇ ਚੰਗੇ ਉੱਡ ਗਏ, ਕਦੀ ਸਾਡੇ ਚੰਗੇ ਉੱਡ ਗਏ, ਉਸਦਾ ਜ਼ਿਕਰ ਜ਼ਰੂਰ ਕਰੋ। ਜਿਹੜਾ ਬੰਦਾ ਤੁਹਾਡੇ ਨਾਲੋਂ ਅੱਛਾ ਉੜਿਆ ਹੋਵੇ, ਜਿਹਦੇ ਕੋਲੋਂ ਤੁਸੀਂ ਹਰੇ ਹੋਵੋ, ਉਸਦਾ ਜ਼ਿਕਰ ਜ਼ਰੂਰ ਕਰੋ। ਜਿੱਤਣ ਵਾਲੇ ਦਾ ਨਹੀਂ ਕਰਨਾ ਚਾਹੀਦਾ। ਕੋਸ਼ਿਸ਼ ਕਰੋ ਕਿ ਜਿਹੜਾ ਸਾਡੇ ਕੋਲੋਂ ਆ ਰਿਹਾ ਹੈ, ਪ੍ਰੇਜ਼ ਕਰੋ ਕਿ ਉਸ ਬੰਦੇ ਦੀ ਦਿਲ ਆਜ਼ਾਰੀ ਨਾ ਹੋਵੇ। ਤੇ ਜਿਹਦੇ ਕੋਲੋਂ ਤੁਸੀਂ ਹਾਰੇ ਹੋ, ਉਸ ਦਾ ਜ਼ਿਕਰ ਜ਼ਰੂਰ ਕਰੋ ਕਿ ਮੈਂ ਫਲਾਂ ਬੰਦੇ ਕੋਲੋਂ ਆ ਰਿਹਾ, ਫਲਾਂ ਸੰਨ ਦੇ ਵਿੱਚ। ਤਾਂ ਜੀ ਬਹੁਤ ਸ਼ੁਕਰੀਆ, ਤੁਸੀਂ ਆਪਣੀ ਕੀਮਤੀ ਵਕਤ 'ਚ ਸਾਨੂੰ ਟਾਈਮ ਦਿੱਤਾ। ਸਾਡੀ ਦੁਆ ਹੈ ਅੱਲਾ ਤੁਹਾਨੂੰ ਮਜ਼ੀਦ ਤਰੱਕੀਆਂ ਦੇ, ਤੁਸੀਂ ਇਸ ਤਰੀਕੇ ਨਾਲ ਮਿਲੇ ਸਜਾਉਂਦੇ ਰਹੋ। ਬਸ ਇਹ ਦੋਸਤਾਂ ਦੀਆਂ ਦੁਆਵਾਂ ਹੁੰਦੀਆਂ ਨੇ। ਅੱਲਾ ਪਾਕ ਜਿਸੇ ਕਰਮ ਕਰਦਾ ਹੈ, ਉਹ ਸਾਰੇ ਸੈਟਅਪ ਖੁਦ ਬਣਾ ਲੈਂਦਾ, ਮਿਹਨਤ ਵੀ ਕਰਾ ਲੈਂਦਾ, ਟੀਮ ਨੂੰ ਵੀ ਜੋੜੀ ਰੱਖਦਾ, ਸਾਰਾ ਕਰੀ ਰੱਖਦਾ। ਬਸ ਅੱਲਾ ਦਾ ਕਰਮ ਹੋਣਾ ਚਾਹੀਦਾ। ਤੇ ਬਾਕੀ ਇਸ ਤਰ੍ਹਾਂ ਸਾਰੇ ਦੋਸਤ ਨੇ, ਭਾਈ ਨੇ, ਤੁਹਾਡੀ ਜਿੱਤ ਦੀ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਬਾਕੀ ਕੁਝ ਆਸਦੀਨ ਹੁੰਦੇ ਨੇ, ਉਹਨਾਂ ਨੂੰ ਅੱਲਾ ਤੇ ਛੱਡੋ। नाज़रीन, अगर आपको हमारी ये वीडियो पसंद आई है, इंटरव्यू पसंद आया, तो प्लीज़ लाइक करें, शेयर करें और सब्सक्राइब करें हमारे चैनल को। हमारा चैनल है गल्फ विजन न्यूज़। ਯਾਰਾਂ ਦਾ ਚੈਨਲ ਹੈ ਜੀ ਗਲਫ ਨਿਊਜ਼, ਇਸ ਨਾਲ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸਪੈਸ਼ਲ ਜਿਹੜਾ ਹੈ ਨਾ, ਇਹਨੂੰ ਥੋੜਾ ਜਿਹਾ ਟਾਈਮ ਦਿਓ। ਸਾਡੇ ਭਾਈ ਵੀ ਨੇ ਔਰ ਬਹੁਤ ਅੱਛਾ ਇਹਨਾਂ ਨਾਲ ਮਿਲ ਕੇ ਦਿਲੀ ਖੁਸ਼ੀ ਵੀ ਹੋਈ ਹੈ। ਕਾਫੀ ਮੀਡੀਆ ਵਾਲੇ ਹੁੰਦੇ ਵੀ ਨੇ ਲੇਕਿਨ ਭਾਈ ਯਾਰਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਹੈ। ਅੱਛਾ ਜੀ, ਮਜ਼ਾ ਆਇਆ। ਮੇਰੇ ਖਿਆਲ 'ਚ ਤੁਸੀਂ ਨਿਊ ਐਂਟਰੀ ਹੈ ਜੀ, ਨਿਊ ਐਂਟਰੀ ਅਭੀ ਇਨਸ਼ਾਅੱਲਾ ਤਾਲਾ ਬਹੁਤ ਤਰੱਕੀ ਕਰੋਗੇ। ਬਹੁਤ ਸ਼ੁਕਰੀਆ ਉਸਤਾਦ ਜੀ ਤੁਹਾਡੀ। ਉਹ ਕਿਸੇ ਜੱਟ ਕੋਈ ਇੱਕ ਲਤੀਫਾ ਹੁਣ ਜਾਂਦੀ ਵਾਰੀ ਸੁਣਾਉਂਦਾ, ਜਾਂ ਕੋਈ ਜੱਟ ਲੱਗਾ ਜਾਂਦਾ ਸੀ ਟ੍ਰੇਨ ਤੇ, ਜੀ ਜੀ, ਕੋਲੋਂ ਛੋਟੀ ਕਾਰ ਲੱਗੀ, ਹੋ ਸਕਿਆ ਅਜੇ ਤੇ ਨਿੱਕੀ ਜਿਹੀ ਹੈ ਤੇ ਵੱਡੀ ਹੋਈ ਤੇ ਕੀ ਨੇਰ ਕਮਾਏ ਦੀ ਉਹ ਹਿਸਾਬ ਹੈ। ਜੇ ਤੁਸੀਂ ਨਵੇਂ ਆਏ ਹੋ, ਮਾਸ਼ਾਅੱਲਾ ਬੜਾ ਖੁਸ਼ੀ ਹੋਈ ਹੈ ਔਰ ਉਮੀਦ ਹੈ ਕਿ ਤੁਹਾਡਾ ਚੈਨਲ ਬਹੁਤ ਤਰੱਕੀ ਕਰੇਗਾ। ਬਹੁਤ ਸ਼ੁਕਰੀਆ ਉਸਤਾਦ ਜੀ। ਤੇ ਉਹ ਜਿਸ ਟਾਈਮ ਜ਼ਿਆਦਾ ਤਰੱਕੀ ਕਰ ਗਏ ਜੇ ਫਿਰ ਸਾਨੂੰ ਯਾਦ ਰੱਖਿਓ। ਨਹੀਂ ਅਸੀਂ ਤੁਹਾਨੂੰ ਭੁੱਲਦੇ ਨਹੀਂ। ਮਾਸ਼ਾਅੱਲਾ ਤੁਹਾਡੇ ਕੋਲ ਟਾਈਮ ਸਪੈਂਡ ਕੀਤਾ, ਬਹੁਤ ਅੱਛਾ ਲੱਗਿਆ। ਸਹੀ ਗੱਲ ਹੈ, ਬਹੁਤ ਨਫੀਸ ਇਨਸਾਨ ਹੋ।